ਬਾਕੀਆਂ ਨੂੰ ਵੀ ਥੋੜੀ ਬਹੁਤ ਛੂਟ ਦੇਣੀ ਚਾਹੀਦੀ ਜਿਹਦੇ ਨਾਲ ਰੋਜੀ ਰੋਟੀ ਚੱਲਦੀ ਰਹੇ ਲੋਕਾਂ ਦੀ। ਮੈਡਮ ਕੋਈ ਕਸਟਮਰ ਹੀ ਨਹੀਂ ਆਊਗਾ ਤੇ ਇਹ ਕਾਰੋਬਾਰ ਕਿੱਦਾਂ ਠੀਕ ਹੋਊਗਾ? ਕੋਈ ਪਬਲਿਕ ਹੀ ਨਹੀਂ ਆਊਗੀ ਮਾਰਕੀਟ ਦੇ ਵਿੱਚ ਤੇ ਕਿੱਦਾਂ ਕਾਰੋਬਾਰ ਠੀਕ ਰਹੇਗਾ? ਲੋਕ ਨਿਕਲਦੇ ਨਹੀਂ ਇੱਕ ਤਾਂ ਫਿਲਹਾਲ। ਅੱਛਾ ਜੀ। ਜੇ ਟਾਈਮ ਪੂਰਾ ਹੁੰਦਾ ਤਾਂ ਮਾੜਾ ਮੋਟਾ ਨਿਕਲ ਵੀ ਜਾਂਦੇ। ਹੁਣ 5 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ, 5 ਵਜੇ ਤੋਂ ਸਾਡਾ ਕੰਮ ਸ਼ੁਰੂ ਹੁੰਦਾ ਸੀ ਜੀ। ਵੈਸੇ ਹੀ ਜਿਹੜੀ ਮਾਰਕੀਟ ਹੈ ਉਹ 100 ਸਾਲ ਪਿੱਛੇ ਚਲੀ ਗਈ। ਫਿਰ ਇਹਨਾਂ ਨੇ GST ਲਾਤਾ, ਫਿਰ ਹੁਣ ਇਹ ਕਰੋਨਾ ਕਰ ਰਹੇ ਆ। ਤੁਸੀਂ ਇਹ ਰੇੜੀ ਵਾਲੇ ਹੀ ਲੈ ਲਓ, ਇਹਨਾਂ ਦਾ ਕੰਮ ਹੀ 5 ਵਜੇ ਚੱਲਦਾ ਸੀਗਾ ਤੇ ਇਹ ਹੁਣ ਵਿਚਾਰੇ ਕਿੱਥੇ ਜਾਣਗੇ? ਇਹਨਾਂ ਦੇ ਬੱਚੇ ਤਾਂ ਭੁੱਖੇ ਮਰ ਗਏ ਨਾ। ਅਸੀਂ ਵੀ ਤਾਂ ਹੀ ਸੇਲ ਕਰਾਂਗੇ ਨਾ ਜਦ ਕਸਟਮਰ ਆਣਗੇ। ਕਸਟਮਰ ਕਦੋਂ ਆਏਗਾ? ਜਦ ਉਹਦੇ ਕੋਲ ਪੈਸੇ ਹੋਣਗੇ। ਜਦ ਉਹਦੇ ਕੋਲ ਵੀ ਪੈਸੇ ਨਹੀਂ ਹੋਣਗੇ ਤਾਂ ਉਹ ਸਾਨੂੰ ਕਿੱਥੋਂ ਦੇਗਾ? ਕਈਆਂ ਦੀ ਤਾਂ ਇਨਕਮ ਹੀ ਜਿਹੜੀ ਹੈ ਉਹ ਕਿਰਾਏ ਤੇ ਚੱਲਦੀ ਹੈ। ਤੁਸੀਂ ਆਪਣਾ ਤੇ ਕੋਈ ਟੈਕਸ ਨਹੀਂ ਛੱਡਦੇ ਪਏ, ਕੋਈ ਬਿਜਲੀ ਦੇ ਬਿੱਲ ਮਾਫ ਨਹੀਂ ਕਰਦੇ ਪਏ, ਤਾਂ ਲੋਕਾਂ ਨੂੰ ਤੁਸੀਂ ਕਹਿੰਦੇ ਪਏ ਹੋ ਕਿ ਤੁਸੀਂ ਕਿਰਾਏ ਮਾਫ ਕਰ ਦਿਓ। ਸਕੂਲ ਵਾਲੇ ਮੰਨਦੇ ਹੀ ਨਹੀਂ ਹੈ ਕਿ ਨਹੀਂ ਜੀ ਸਾਨੂੰ ਤਾਂ ਚਾਹੀਦਾ। ਇਹਨਾਂ ਨੂੰ ਕਾਹਦਾ ਚਾਹੀਦਾ? ਐਨੂਅਲ ਚਾਰजेस ਇਹ 8-10 ਕਰੋੜ ਰੁਪਇਆ ਇਕੱਠਾ ਕਰ ਲੈਂਦੇ ਆ, ਆਪਣੀ ਜੇਬ 'ਚ ਜਾਂਦਾ ਨਾ। ਔਰ ਇਹਨਾਂ ਦਾ ਤਾਂ ਵਾਈਟ ਮਨੀ ਹੈ, ਇਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹੇਗਾ। ਸਟਾਈਲ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ। ਦਰਸ਼ਕੋ, ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਕੁਝ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਤੇ ਇਹਨਾਂ ਗਾਈਡਲਾਈਨਸ ਦੇ ਅਨੁਸਾਰ ਕੁਝ ਇੱਕ ਵਪਾਰੀ ਵਰਗ ਨੂੰ ਜਿਹੜੀ ਛੂਟ ਦਿੱਤੀ ਗਈ ਹੈ ਅਤੇ ਕੁਝ ਇੱਕ ਵਪਾਰੀ ਵਰਗ ਨੂੰ ਕੋਈ ਵੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਢਿੱਲ ਕੋਈ ਨਹੀਂ ਦਿੱਤੀ ਗਈ ਹੈ। ਤੇ ਤੁਹਾਨੂੰ ਦੱਸ ਦਈਏ, ਥੋੜਾ ਰੂਬਰੂ ਕਰਵਾ ਦਿੰਦੇ ਹਾਂ ਉਹਨਾਂ ਗਾਈਡਲਾਈਨਸ। ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਐਸੈਂਸ਼ੀਅਲ ਗੁੱਡਸ ਦੀਆਂ ਸ਼ਾਪਸ ਨੇ, ਲਾਈਕ ਜੇ ਕੋਈ ਦੁੱਧ ਦਹੀਂ ਦੀਆਂ ਦੁਕਾਨਾਂ ਨੇ, ਇਸ ਦੇ ਨਾਲ ਫਰੂਟਸ ਦੀਆਂ ਸ਼ਾਪਸ ਨੇ, ਸਬਜ਼ੀ ਦੀਆਂ ਦੁਕਾਨਾਂ ਨੇ, ਮੰਡੀਆਂ ਨੇ, ਜਾਂ ਕੋਈ ਕ੍ਰਿਸ਼ੀ ਉਤਪਾਦ ਤੋਂ ਜੁੜੀਆਂ ਦੁਕਾਨਾਂ ਨੇ, ਜਾਂ ਕੋਈ ਕੰਸਟਰਕਸ਼ਨ ਤੋਂ ਰਿਲੇਟਡ ਜਿਹੜੀਆਂ ਵਰਕਸ ਦੀਆਂ ਦੁਕਾਨਾਂ ਨੇ, ਜਾਂ ਅਨਲੋਡਿੰਗ ਜਾਂ ਲੋਡਿੰਗ ਦੀਆਂ ਜਿਹੜੀਆਂ ਦੁਕਾਨਾਂ ਨੇ, ਇਹਨਾਂ ਵਿੱਚ ਜਿਹੜਾ ਟਾਈਮ ਜਿਹੜਾ ਨਿਰਧਾਰਿਤ ਕੀਤਾ ਗਿਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਿਹੜਾ ਸਮਾਂ ਦਿੱਤਾ ਗਿਆ। ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਿਹੜਾ ਇਹ ਸਮਾਂ ਨਿਰਧਾਰਿਤ ਕੀਤਾ ਗਿਆ ਇਹਨਾਂ ਦੁਕਾਨਾਂ ਨੂੰ। ਅਤੇ ਇਸ ਤੋਂ ਇਲਾਵਾ ਜੇਕਰ ਕੋਈ ਟੈਲੀਕਾਮ ਆਪਰੇਟਰਸ ਨੇ ਜਾਂ ਕੋਈ ਮੋਬਾਈਲ ਆਪਰੇਟਰਸ ਨੇ, ਮੋਬਾਈਲ ਰਿਪੇਅਰ ਦੀਆਂ ਸ਼ਾਪਸ ਨੇ, ਜਾਂ ਕੋਈ ਇਲੈਕਟ੍ਰੀਕਲ ਵਰਕਸ ਦਾ ਜਿਹੜਾ ਸਮਾਂ ਹੈ ਉਹ ਸਵੇਰੇ 9 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਹੀ ਦਿੱਤਾ ਗਿਆ। ਇਹਨਾਂ ਨੂੰ ਸਿਰਫ ਥੋੜੇ ਟਾਈਮ ਦੀ ਢਿੱਲ ਦਿੱਤੀ ਗਈ ਹੈ। ਅਤੇ ਇਸ ਤੋਂ ਇਲਾਵਾ ਜੇਕਰ ਕੋਈ ਆਟੋਮੋਬਾਈਲਸ ਦੀਆਂ ਰਿਪੇਅਰਸ ਦੀਆਂ ਜਿਹੜੀਆਂ ਸ਼ਾਪਸ ਨੇ ਜਾਂ ਸਪੇਅਰ ਪਾਰਟਸ ਦੀਆਂ ਦੁਕਾਨਾਂ ਨੇ, ਉਹਨਾਂ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਕੋਈ ਮੈਨੂਫੈਕਚਰਿੰਗ ਯੂਨਿਟਸ ਨੇ, ਉਹਨਾਂ ਨੂੰ 24 ਘੰਟੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਜਿਹੜੇ ਉਹਦੇ ਵਿੱਚ ਲੇਬਰ ਤੇ EMPLOYEES ਜਿਹੜੇ ਕੰਮ ਕਰਦੇ ਨੇ, ਉਹਨਾਂ ਨੂੰ ਆਪਣਾ ID ਪ੍ਰੂਫ ਜਿਹੜਾ ਦਿਖਾਉਣਾ ਪਏਗਾ। ਉਸ ਤੋਂ ਬਾਅਦ ਹੀ ਉਹ ਜਿਹੜੇ ਆਪਣੇ ਕੰਮਾਂ ਤੇ ਜਾ ਸਕਦੇ ਨੇ। ਇਸ ਤੋਂ ਇਲਾਵਾ ਸਕੂਲਸ ਜਿਹੜੇ, ਚਾਹੇ ਉਹ ਗਵਰਨਮੈਂਟ ਹੋਣ, ਚਾਹੇ ਉਹ ਨਾਨ ਗਵਰਨਮੈਂਟ ਹੋਣ, ਚਾਹੇ ਪ੍ਰਾਈਵੇਟ ਸਕੂਲਸ ਹੋਣ, ਉਹਨਾਂ ਦੇ ਜਿਹੜੇ ਸਟਾਫ ਨੂੰ ਘਰ ਬੈਠ ਕੇ ਹੀ ਕੰਮ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ। ਸਕੂਲ ਵਿੱਚ ਪੜ੍ਹਾਉਣ ਦੀ ਅਨੁਮਤੀ ਜਿਹੜੀ ਨਹੀਂ ਦਿੱਤੀ ਗਈ ਹੈ। ਜੇਕਰ ਕੋਈ ਰੈਸਟੋਰੈਂਟਸ ਹੈ ਜਾਂ ਫੂਡ ਕਾਰਨਰਸ ਹੈ, ਉਹਨਾਂ ਵਿੱਚ ਪਹਿਲੇ ਤਾਂ ਸਿਟਿੰਗ ਅਰੇਂਜਮੈਂਟ ਸੀਗੀ ਜਾਂ ਕੁਝ ਪ੍ਰਤੀਸ਼ਤ ਜਿਹੜੇ ਲੋਕੀ ਜਿਹੜੇ ਬੈਠ ਕੇ ਖਾਣਾ ਖਾ ਸਕਦੇ ਸੀ, ਪਰ ਹੁਣ ਉਹ ਟੋਟਲੀ ਬੈਨ ਕਰ ਦਿੱਤਾ ਗਿਆ ਹੈ। ਸਿਰਫ ਟੇਕ ਅਵੇ ਜਾਂ ਫਿਰ ਹੋਮ ਡਿਲੀਵਰੀ ਦੀ ਹੀ ਇਜਾਜ਼ਤ ਹੈ। ਹੋਮ ਡਿਲੀਵਰੀ ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਜਿਹੜੀ ਚਲੇਗੀ ਹੋਮ ਡਿਲੀਵਰੀ, ਉਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਛੂਟ ਦਿੱਤੀ ਗਈ ਹੈ। ਬਸ ਸਿਰਫ ਇੱਕ ID ਪ੍ਰੂਫ ਤੁਹਾਨੂੰ ਦਿਖਾਉਣ ਦੀ ਜ਼ਰੂਰਤ ਪਏਗੀ। ਅਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬੇहद ਖਾਸ ਗੱਲ ਹੈ ਕਿ ਪੰਜਾਬ ਵਿੱਚ ਐਂਟਰੀ ਕਰਨ ਵਾਲਾ ਜੇਕਰ ਕੋਈ ਹੋਰ ਸਟੇਟ ਦਾ ਬੰਦਾ ਪੰਜਾਬ ਵਿੱਚ ਐਂਟਰੀ ਕਰਨਾ ਚਾਹੁੰਦਾ ਹੈ ਤੇ ਉਹਨੂੰ ਆਪਣਾ 72 ਘੰਟੇ ਤੋਂ ਪਹਿਲੇ ਦੀ ਜਿਹੜੀ ਕੋਵਿਡ ਨੈਗੇਟਿਵ ਰਿਪੋਰਟ ਦਿਖਾਣੀ ਹੋਏਗੀ। ਅਤੇ ਇਸ ਦੇ ਨਾਲ ਜੇਕਰ ਕੋਈ ਉਹਨਾਂ ਕੋਲ ਜੇਕਰ ਉਸ ਬੰਦੇ ਨੇ ਕੋਈ ਵੈਕਸੀਨ ਲਗਵਾਈ ਗਈ ਹੈ ਤਾਂ ਉਸ ਦੇ ਨਾਲ ਵੈਕਸੀਨ ਦਾ ਜਿਹੜਾ ਸਰਟੀਫਿਕੇਟ ਦਿਖਾਣਾ ਲਾਜ਼ਮੀ ਹੋਏਗਾ। ਤੇ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਅਸੀਂ ਘੰਟਾ ਘਰ ਦੇ ਹੁਸ਼ਿਆਰਪੁਰ ਦੇ ਘੰਟਾ ਘਰ ਵਿੱਚ ਮੌਜੂਦ ਹੈ। ਸਭ ਤੋਂ ਚਹਿਲ ਪਹਿਲ ਵਾਲਾ ਰੋਡ ਹੈ। ਰਸ਼ ਹੈ ਉਹ ਕਾਫੀ ਘਟਿਆ ਹੈ ਪਹਿਲੇ ਦੇ ਅਨੁਸਾਰ, ਕਿਉਂਕਿ ਜਿਹੜਾ ਮੇਨ ਮਾਰਕੀਟ ਹੈ ਸਾਰੀ ਕੱਪੜਿਆਂ ਦੀ ਮਾਰਕੀਟ ਹੈ ਔਰ ਸਾਰੇ ਜੇਕਰ ਫੁੱਟਵੇਅਰਸ ਦੀ ਗੱਲ ਕਰੀਏ ਉਹ ਮਾਰਕੀਟ ਹੈ। ਪਰ ਇਸ ਦੇ ਬਾਵਜੂਦ ਜੇਕਰ ਗਾਈਡਲਾਈਨਸ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਉਹਦੇ ਵਿੱਚ ਕੱਪੜਿਆਂ ਅਤੇ ਜੇਕਰ ਫੁੱਟਵੇਅਰਸ ਦੀ ਗੱਲ ਕਰੀਏ ਤਾਂ ਕੋਈ ਵੀ ਉਹਨੂੰ ਛੂਟ ਨਹੀਂ ਦਿੱਤੀ ਗਈ ਹੈ। ਅਤੇ ਜਿਹੜੀ ਆ ਸਾਰੀ ਹੋਲ ਜਿਹੜੀ ਮਾਰਕੀਟ ਹੈ ਇਹ ਸਾਰੀ ਉਹਦੇ ਵਿੱਚ ਅੰਡਰ ਹੀ ਆਉਂਦੀ ਹੈ ਅਤੇ ਜਿਨ੍ਹਾਂ ਦੇ ਸਾਰੀਆਂ ਦੁਕਾਨਾਂ ਦੇ ਇਸ ਟਾਈਮ ਸ਼ਟਰ ਲੱਗੇ ਹੋਏ ਨੇ। ਅਤੇ ਅੱਜ ਅਸੀਂ ਕੁਝ ਵਪਾਰੀ ਵਰਗ ਨਾਲ ਗੱਲ ਕਰਾਂਗੇ ਜਿਹੜੀਆਂ ਉਹਨਾਂ ਨੂੰ ਕੁਝ ਪਾਬੰਦੀਆਂ ਲਗਾਈਆਂ ਗਈਆਂ ਨੇ ਜਾਂ ਕੁਝ ਤਰ੍ਹਾਂ ਦੀ ਜਿਹੜੀ ਥੋੜ੍ਹੀ ਬਹੁਤ ਢਿੱਲ ਦਿੱਤੀ ਗਈ ਹੈ, ਕੀ ਉਹ ਇਸ ਚੀਜ਼ ਤੋਂ ਸੰਤੁਸ਼ਟ ਨੇ ਜਾਂ ਉਹ ਹੋਰ ਕੀ ਮੰਗ ਕਰਦੇ ਨੇ ਸਰਕਾਰ ਤੋਂ। ਆਹ ਗੱਲ ਕਰਦੇ ਆ ਉਹਨਾਂ ਨਾਲ। ਜੀ ਸਰ ਨਮਸਕਾਰ, ਕੀ ਨਾਮ ਹੈ ਆਪਣਾ? ਅਨਿਲ ਕੁਮਾਰ। ਸਰ ਤੁਹਾਡੀ ਫਰੂਟ ਦੀ ਸ਼ਾਪ ਹੈ ਤੇ ਕਿੰਨਾ ਕੁ ਤੁਹਾਨੂੰ ਲੱਗਦਾ ਇਸ ਚੀਜ਼ ਦਾ ਅਸਰ ਪਿਆ ਜਿਹੜੀਆਂ ਹੁਣੇ ਹਾਲਾਂਕਿ ਗਾਈਡਲਾਈਨਸ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ? ਇਹਨਾਂ ਮੈਡਮ ਬਹੁਤ ਫਰਕ ਪਿਆ। ਕਸਟਮਰ ਹੈ ਨਹੀਂ ਮਾਰਕੀਟ ਦੇ ਵਿੱਚ। ਜੇ ਕੋਈ ਹੈ ਵੀ ਆ ਤਾਂ ਕੋਈ ਜਿਹਨੂੰ ਡਾਕਟਰ ਨੇ ਕਿਹਾ ਸਪੈਸ਼ਲ ਖਾਣ ਵਾਸਤੇ ਉਹੀ ਲੈ ਰਿਹਾ, ਨਹੀਂ ਤਾਂ ਅਦਰਵਾਈਜ਼ ਹੋਰ ਕੋਈ ਨਹੀਂ ਹੈਗਾ ਜੀ। ਤੇ ਪਹਿਲੇ ਦੇ ਮੁਤਾਬਿਕ ਜਿਹੜਾ ਬਹੁਤ ਕਾਫੀ ਅਸਰ ਪਿਆ ਹੈ ਤੁਹਾਡੀ ਇਸ? ਹਾਂਜੀ ਬਹੁਤ ਜ਼ਿਆਦਾ ਜੀ, 50% ਗਾਹਕ ਉੱਡ ਗਿਆ ਜੀ। ਕੀ ਟਾਈਮਿੰਗ ਤੁਹਾਨੂੰ ਕੋਟ ਕੀਤਾ ਗਿਆ ਹੈ? ਟਾਈਮ ਸਵੇਰੇ 7 ਤੋਂ ਸ਼ਾਮੀ 5 ਤੱਕ ਕੀਤਾ ਗਿਆ ਜੀ। ਪਰ ਸਰ ਬਾਕੀ ਦੀ ਜੇਕਰ ਗੱਲ ਕਰੀਏ, ਕੋਈ ਕੱਪੜਿਆਂ ਦੀ ਸ਼ਾਪ ਹੈ ਜਾਂ ਕੋਈ ਬਰਤਨ ਦੀ ਸ਼ਾਪ ਹੈ ਜਾਂ ਹੋਰ ਜਿਨ੍ਹਾਂ ਨੂੰ ਜਿਹੜਾ ਟੋਟਲੀ ਪਾਬੰਦੀ ਦੇ ਅੰਡਰ ਜਿਹੜਾ ਕੀਤਾ ਗਿਆ, ਉਹਨਾਂ ਦੇ ਮੁਤਾਬਿਕ ਤਾਂ ਫਿਰ ਠੀਕ ਹੈ ਤੁਹਾਡਾ ਕਾਰੋਬਾਰ? ਮੈਡਮ ਕੋਈ ਕਸਟਮਰ ਹੀ ਨਹੀਂ ਆਊਗਾ ਤੇ ਇਹ ਕਾਰੋਬਾਰ ਕਿੱਦਾਂ ਠੀਕ ਹੋਊਗਾ? ਕੋਈ ਪਬਲਿਕ ਹੀ ਨਹੀਂ ਆਊਗੀ ਮਾਰਕੀਟ ਦੇ ਵਿੱਚ ਤੇ ਕਿੱਦਾਂ ਕਾਰੋਬਾਰ ਠੀਕ ਰਹੇਗਾ? ਜਿਹਨੂੰ ਸਿਰਫ ਜ਼ਰੂਰਤ ਹੈ, ਮਹਿੰਗਾਈ ਆ, ਉਹੀ ਸਿਰਫ ਮਾਰਕੀਟ ਦੇ ਵਿੱਚ ਨਿਕਲ ਰਿਹਾ, ਅਦਰਵਾਈਜ਼ ਕੋਈ ਨਹੀਂ ਨਿਕਲ ਰਿਹਾ ਹੋਰ।
ਤੇ ਫਰੂਟਸ ਦਾ ਕਿਸ ਹਿਸਾਬ ਨਾਲ ਰੇਟ ਚੱਲ ਰਿਹਾ? ਹਾਈ ਹੋਇਆ ਰੇਟਸ ਇਹਦੇ? ਫਰੂਟ ਦੇ ਰੇਟ ਹਾਈ ਹੋਏ ਆ ਜੀ। ਨਾਰੀਅਲ ਮਹਿੰਗਾ ਹੋ ਗਿਆ, ਮੌਸੰਮੀ ਮਹਿੰਗੀ ਹੋ ਗਈ ਜੀ। ਮੌਸੰਮੀ ਮਹਿੰਗੀ, ਹਰ ਸਮਾਨ ਮਹਿੰਗਾ ਹੈਗਾ ਜੀ। ਸਰ ਕੀ ਨਾਮ ਹੈ? ਬਿਰੰਗੀ ਵਾਜਪੇਈ। ਸਰ ਤੁਹਾਡੇ ਸ਼ੁਰੂ ਤੋਂ ਹੀ ਫਰੂਟ ਦਾ ਜਿਹੜਾ ਕਾਰੋਬਾਰ ਕਰਦੇ ਆਏ ਹੋ ਤੁਸੀਂ? ਹਾਂਜੀ ਹਾਂਜੀ, ਤੇ ਕੀ ਸ਼ੁਰੂ ਤੋਂ ਫਰੂਟ ਦਾ ਹੀ ਕੰਮ ਹੁੰਦਾ ਆਪਣਾ। ਤੇ ਕੀ ਲੱਗਦਾ ਹੈ ਕਿ ਕਰੋਨਾ ਦੇ ਟਾਈਮ ਵਿੱਚ ਕਿੰਨਾ ਕੁ ਅਸਰ ਪਿਆ, ਗਾਹਕ ਦਾ ਕਿੰਨਾ ਕੁ ਘਾਟਾ? ਬਹੁਤ ਜ਼ਿਆਦਾ ਜੀ ਅਸਰ ਪੈ ਗਿਆ। ਅੱਛਾ ਜੀ। ਹਾਂਜੀ, 25% ਤੱਕ ਗਾਹਕ ਸਮਝ ਲਓ ਨਿਕਲਦੇ ਆ, 75% ਉੜ ਗਏ ਆ। ਤੇ ਜਿਹੜਾ ਤੁਹਾਨੂੰ ਟਾਈਮ ਜਿਹੜਾ ਕੋਟ ਕੀਤਾ ਗਿਆ ਸ਼ਾਮ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ, ਤੇ ਇਸ ਵਰਗ ਨੂੰ ਜਿਹੜਾ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ, ਤੇ ਉਹ ਕੀ ਸਫੀਸ਼ੀਐਂਟ ਹੈ? ਨਹੀਂ ਜੀ, ਸਫੀਸ਼ੀਐਂਟ ਨਹੀਂ ਜੀ, ਲੋਕ ਨਿਕਲਦੇ ਨਹੀਂ ਇੱਕ ਤਾਂ ਫਿਲਹਾਲ। ਅੱਛਾ ਜੀ। ਜੇ ਟਾਈਮ ਪੂਰਾ ਹੁੰਦਾ ਤਾਂ ਮਾੜਾ ਮੋਟਾ ਨਿਕਲ ਵੀ ਜਾਂਦੇ। ਹੁਣ 5 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ। 5 ਵਜੇ ਤੋਂ ਸਾਡਾ ਕੰਮ ਸ਼ੁਰੂ ਹੁੰਦਾ ਸੀ ਜੀ, ਸ਼ਾਮ ਦਾ ਕੰਮ ਸਾਡਾ ਹੁੰਦਾ ਸੀ। ਹੁਣ ਸਾਨੂੰ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਫਰੂਟ 'ਤੇ। ਗਾਹਕ ਦਾ ਬਹੁਤ ਕਸਟਮਰ ਘੱਟ ਨਿਕਲ ਰਹੇ ਆ। ਇਸ ਟਾਈਮ ਅਸੀਂ ਬੇਕਰੀ ਵਿੱਚ ਮੌਜੂਦ ਹਾਂ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਨਮਸਕਾਰ, ਕੀ ਨਾਮ ਹੈ ਆਪਣਾ? ਮੇਰਾ ਨਾਮ ਸੋਨੂ ਹੈ। ਜੀ ਸਰ, ਬੇਕਰੀ ਦਾ ਕੰਮ ਕਰਦੇ ਹਾਂ ਤੁਸੀਂ, ਤੇ ਕਿਸ ਤਰ੍ਹਾਂ ਹੈ ਗਾਹਕੀ, ਕਿੰਨੇ ਕੁ ਲੋਕੀ ਆ ਰਹੇ ਨੇ? ਐਕਚੁਅਲੀ ਮੈਮ ਗਾਹਕੀ ਦੇ ਬਿਲਕੁਲ ਮਤਲਬ ਕਿ ਰਿਸਪੌਂਸ ਬਹੁਤ ਡਾਊਨ ਚੱਲ ਰਿਹਾ ਸਾਡੀ ਬੇਕਰੀ ਦਾ, ਕਿਉਂਕਿ ਸਾਨੂੰ ਮਤਲਬ ਕਿ ਸਾਰਾ ਕੁਝ ਦੇਖਣਾ ਪੈਂਦਾ ਹੈ। ਜਦੋਂ ਸ਼ਾਮ ਦਾ ਟਾਈਮ ਹੁੰਦਾ ਕਿ ਉਸੇ ਟਾਈਮ ਸਾਡਾ ਮਤਲਬ ਕਿ ਬੇਕਰੀ ਦਾ ਕੰਮ ਸ਼ੁਰੂ ਹੁੰਦਾ ਹੈ, ਕਿਉਂਕਿ ਐਕਚੁਅਲੀ ਇੱਦਾਂ ਹੁੰਦਾ ਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਕਸਟਮਰ ਬਾਹਰ ਨਹੀਂ ਨਿਕਲਦੇ। ਸ਼ਾਮ ਦਾ ਟਾਈਮ ਹੁੰਦਾ ਕਿਉਂਕਿ ਸਾਨੂੰ ਸ਼ਾਮ ਨੂੰ ਵੀ ਪ੍ਰੋਫਿਟ ਹੁੰਦਾ, ਉਸ ਟਾਈਮ ਸਾਡੀ ਸ਼ੋਪ ਸਾਰੀਆਂ ਬੰਦ ਕਰਾਈਆਂ ਜਾਂਦੀਆਂ। ਸਾਨੂੰ ਇਹ ਅਪੀਲ ਹੈ ਕਿ ਮਤਲਬ ਕਿ ਸਾਡਾ ਟਾਈਮ ਵਧਾਇਆ ਜਾਵੇ। ਸਰਕਾਰ ਨੂੰ ਇਹੀ ਉਮੀਦ ਕਰਦੇ ਹਾਂ ਕਿ ਸਾਡਾ ਵੱਧ ਤੋਂ ਵੱਧ ਟਾਈਮ ਵਧਾਇਆ ਜਾਵੇ, ਔਰ ਜਿੰਨੇ ਵੀ ਸਾਡੇ ਮਤਲਬ ਕਿ ਜਿਹੜੇ ਮਜ਼ਦੂਰ ਲੱਗੇ ਜਾਂ ਵਰਕਰ ਲੱਗੇ ਆ ਸਾਡੇ ਸਾਰੇ, ਤੇ ਉਹਨਾਂ ਦੀਆਂ ਸੈਲਰੀਆਂ ਵੀ ਕਿੱਥੋਂ ਦਈਏ, ਔਰ ਰੈਂਟ ਵੀ ਪੈਂਦਾ। ਮਤਲਬ ਕਿ ਸਾਡੀ ਸ਼ੋਪ ਦਾ ਰੈਂਟ ਹੈਗਾ 51,000 ਰੈਂਟ ਹੈ। ਇਹ ਰੈਂਟ ਕਿੱਥੋਂ ਦੇਵਾਂਗੇ ਆਪਾਂ, ਔਰ ਨਾਲੇ ਬਿਜਲੀ ਦੇ ਬਿੱਲ ਉਹ ਕਿੱਥੋਂ ਪੂਰੇ ਕਰਾਂਗੇ। ਸਾਡੀ ਇਹੀ ਉਮੀਦ ਹੈ ਸਾਡੀ ਬਸ ਟਾਈਮਿੰਗ ਸਹੀ ਕੀਤੀ ਜਾਵੇ ਔਰ ਵਧਾਈ ਜਾਵੇ। ਇਸ ਵਕਤ ਅਸੀਂ ਸਪੇਅਰ ਪਾਰਟਸ ਦੀ ਸ਼ਾਪ ਤੇ ਮੌਜੂਦ ਨੇ ਤੇ ਇੱਥੇ ਦੇ ਓਨਰ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ। ਨਮਸਕਾਰ ਸਰ, ਕੀ ਨਾਮ ਹੈ ਆਪਣਾ? ਨਮਸਕਾਰ, ਸੁਰਿੰਦਰ ਕਾਂਸਰਾ ਮੇਰਾ ਨਾਮ ਹੈ। ਸਰ ਕੀ ਟਾਈਮਿੰਗ ਕੋਟ ਕੀਤਾ ਗਿਆ ਤੁਹਾਨੂੰ ਪੰਜਾਬ ਸਰਕਾਰ ਵੱਲੋਂ? ਪੰਜਾਬ ਸਰਕਾਰ ਵੱਲੋਂ ਸਾਨੂੰ 12 ਵਜੇ ਤੋਂ ਲੈ ਕੇ 5 ਵਜੇ ਦੀ ਛੂਟ ਦਿੱਤੀ ਗਈ ਹੈ। ਤੇ ਕੀ ਤੁਸੀਂ ਇਸ ਟਾਈਮਿੰਗ ਤੋਂ ਸੰਤੁਸ਼ਟ ਹੋ? ਨਹੀਂ, ਸੰਤੁਸ਼ਟ ਤੇ ਨਹੀਂ ਹੈਗੇ, ਕਿਉਂਕਿ ਟਾਈਮਿੰਗ ਤੇ ਸਾਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਮਿਲਣਾ ਚਾਹੀਦਾ ਸੀਗਾ, ਕਿਉਂਕਿ 12 ਵਜੇ ਪਰ ਕਾਫੀ ਲੇਟ ਹੋ ਜਾਂਦਾ। ਅੱਛਾ ਜੀ। ਹਾਂਜੀ, ਤੇ ਕਸਟਮਰ 12 ਵਜੇ ਕਾਫੀ ਘੱਟ ਆਉਂਦਾ ਸਾਡੇ ਕੋਲ। ਤੇ ਕਿੰਨਾ ਕਸਰ ਹੋਇਆ ਕੰਮਕਾਜ ਤੇ? ਕੰਮਕਾਜ ਤੇ ਅੱਗੇ ਹੀ 50%, ਹੁਣ ਉਹਦੇ ਤੋਂ ਬਾਅਦ 20% ਰਹਿ ਗਿਆ ਹੈ। ਸਰ ਜਿਹੜੀਆਂ ਦੁਕਾਨਾਂ ਨੂੰ ਕੋਈ ਛੂਟ ਹੀ ਨਹੀਂ ਦਿੱਤੀ ਗਈ ਹੈ, ਤੁਹਾਨੂੰ ਤਾਂ ਫੇਰ ਚਲੋ 5 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਤੇ ਜਿਨ੍ਹਾਂ ਨੂੰ ਬਿਲਕੁਲ ਵੀ ਛੂਟ ਨਹੀਂ ਦਿੱਤੀ ਗਈ ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਇੱਦਾਂ ਨਾ ਜੀ, ਸਾਨੂੰ ਵੀ ਪਹਿਲਾ ਦਿਨ ਹੀ ਹੈ, ਸਾਨੂੰ ਛੂਟ ਅੱਜ ਹੀ ਮਿਲੀ ਹੈ। ਪਹਿਲੇ ਵੀ ਅਸੀਂ ਵੀ ਬੰਦ ਸੀਗੇ। ਹਾਂ, ਅੱਜ ਹੀ ਮਿਲੀ ਹੈ। ਬਾਕੀਆਂ ਨੂੰ ਵੀ ਥੋੜੀ ਬਹੁਤ ਛੂਟ ਦੇਣੀ ਚਾਹੀਦੀ, ਜਿਹਦੇ ਨਾਲ ਰੋਜੀ ਰੋਟੀ ਚੱਲਦੀ ਰਹੇ ਲੋਕਾਂ ਦੀ। ਇਸ ਟਾਈਮ ਅਸੀਂ ਫੂਡ ਕਾਰਨਰ ਵਿੱਚ ਮੌਜੂਦ ਨੇ ਤੇ ਇੱਥੇ ਦੇ ਓਨਰ ਸਾਡੇ ਨਾਲ ਮੌਜੂਦ ਨੇ, ਗੱਲ ਕਰਨਗੇ ਜੀ। ਨਮਸਕਾਰ ਮੈਮ, ਕੀ ਨਾਮ ਹੈ ਆਪਣਾ? ਰੀਨਾ। ਮੈਮ ਕਿੰਨਾ ਟਾਈਮ ਹੋ ਗਿਆ ਫੂਡ ਕਾਰਨਰ ਨੂੰ ਚਲਾਉਂਦੇ ਹੋਏ ਤੁਹਾਨੂੰ? 25 ਇਅਰਸ। ਮੈਮ ਅੱਜ ਤੱਕ ਕਦੇ ਦੇਖਿਆ ਕਿ ਇਹੋ ਜਿਹਾ ਕਿ ਇੰਨੇ ਜ਼ਿਆਦਾ ਕਸਟਮਰਸ ਜਿਹੜੇ ਆ ਉਹ ਘਟਣਗੇ, ਜਾਂ ਇੱਕ ਟਾਈਮ ਜਿਹੜਾ ਕੋਟ ਕੀਤਾ ਗਿਆ ਤੁਹਾਨੂੰ? ਨਹੀਂ, ਅੱਜ ਤੱਕ ਕਦੇ ਨਹੀਂ ਦੇਖਿਆ। ਮੈਮ ਕਿੰਨਾ ਕਸਰ ਪਿਆ ਇਸ ਚੀਜ਼ 'ਤੇ? ਬਹੁਤ ਜ਼ਿਆਦਾ। ਲੇਬਰ ਨੂੰ ਵੀ ਅਸੀਂ ਮਤਲਬ ਕੱਢ ਦਿੱਤਾ ਹੋਇਆ। ਜਿਹੜਾ ਮੇਨ ਸਟਾਫ ਹੈ ਅਸੀਂ ਉਹੀ ਰੱਖਦੇ ਹਾਂ। ਬਾਕੀ ਕਿਉਂਕਿ ਕਸਟਮਰ ਹੀ ਨਹੀਂ ਹੈ, ਕੰਮ ਹੀ ਨਹੀਂ ਹੈ ਮਾਰਕੀਟ ਦੇ ਵਿੱਚ, ਤੇ ਫਿਰ ਇੰਨੀ ਲੇਬਰ ਨੂੰ ਸੈਲਰੀਜ਼ ਦੇਣੀਆਂ ਇਹ ਵੀ ਬਹੁਤ ਇੱਕ ਚੈਲੰਜ ਹੈ ਆਪਣੇ ਦੇ ਵਿੱਚ। ਤੇ ਫਿਰ ਮੈਮ ਟੇਕ ਅਵੇ ਤੇ ਹੋਮ ਡਿਲੀਵਰੀ ਦਾ ਕੀ ਟਾਈਮਿੰਗ ਹੈ? ਟੇਕ ਅਵੇ ਤਾਂ ਤੁਸੀਂ 5 ਵਜੇ ਤੱਕ ਕਰ ਸਕਦੇ ਹੋ, ਔਰ ਹੋਮ ਡਿਲੀਵਰੀ ਜਿਹੜੀ ਹੈ ਉਹ ਤੁਸੀਂ ਰਾਤੀ 9 ਵਜੇ ਤੱਕ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ। ਤੇ ਕਿੰਨਾ ਕਸਰ ਲੱਗਦਾ ਹੈ, ਕਿਉਂਕਿ ਜਿਹੜੇ ਗਾਹਕ ਹੈ ਨਾਰਮਲ ਜਦੋਂ ਬਾਜ਼ਾਰ ਚੱਲਦੇ ਹੁੰਦੇ ਸੀ ਉਹ ਤਾਂ ਚਲੋ ਆ ਜਾਂਦੇ ਹੁੰਦੇ ਸੀਗੇ, ਬਟ ਹੁਣ ਸਾਰਿਆਂ ਨੂੰ ਜਿਹੜੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ, ਘਰ ਬੈਠ ਕੇ ਹੀ ਸਾਰਾ ਕੰਮ ਕਰਦੇ ਨੇ, ਤੇ ਕਿੰਨਾ ਕਸਰ ਲੱਗਦਾ ਇਸ ਚੀਜ਼ ਦੇ ਕਾਰੋਬਾਰ 'ਤੇ? ਮੈਮ ਮਾਰਕੀਟ ਤਾਂ ਬਿਲਕੁਲ ਹੀ ਜ਼ੀਰੋ ਕਰ ਦਿੱਤੀ ਹੈ ਸਰਕਾਰ ਨੇ, ਠੀਕ ਹੈ ਨਾ। ਜਦ ਤੁਹਾਨੂੰ ਪਹਿਲੇ ਹੀ ਪਤਾ ਸੀਗਾ ਕਿ ਇਹ ਕਰੋਨਾ ਹੈਗਾ, ਤੇ ਸਰਕਾਰ ਨੂੰ ਪਹਿਲੇ ਹੀ ਥੋੜ੍ਹੀ ਜਿਹੀ ਪਾਬੰਦੀਆਂ ਲਗਾ ਦੇਣੀਆਂ ਚਾਹੀਦੀਆਂ ਸੀਗੀਆਂ। ਹੁਣ ਇੱਕਦਮ ਤੁਸੀਂ ਲੋਕਡਾਊਨ ਲਗਾ ਦਿੱਤਾ, ਤੇ ਜਿਹੜੇ ਦੁਕਾਨਦਾਰ ਹੈ ਉਹ ਕਿੱਥੇ ਜਾਣਗੇ? ਠੀਕ ਹੈ। ਔਰ ਫਿਰ ਸਰਕਾਰ ਦੇ ਵੱਲੋਂ ਕੋਈ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਦੁਕਾਨਦਾਰਾਂ ਨੂੰ। ਜਾਂ ਤਾਂ ਤੁਸੀਂ ਉਹਨਾਂ ਦੇ ਪੇਮੈਂਟਸ ਮਾਫ ਕਰੋ, ਤੁਸੀਂ EMIs ਵੀ ਲੈਣੀ ਹੈ, ਤੁਸੀਂ ਉਹਨਾਂ ਤੋਂ ਟੈਕਸ ਵੀ ਲੈਣੇ ਆ, ਤੁਸੀਂ ਉਹਨਾਂ ਤੋਂ ਬਿਜਲੀ ਦੇ ਬਿੱਲ ਵੀ ਲੈ ਰਹੇ ਹੋ, ਫਿਰ ਤੁਸੀਂ ਬੱਚਿਆਂ ਦੀ ਜਿਹੜੇ ਸਕੂਲ ਵਾਲੇ ਆ ਉਹ ਫੀਸਾਂ ਵੀ ਲੈ ਰਹੇ ਆ, ਤਾਂ ਇੱਕ ਦੁਕਾਨਦਾਰ ਕਿੱਥੇ ਜਾਏਗਾ? ਠੀਕ ਹੈ ਨਾ। ਉਹ ਆਪਣੇ ਪੱਲਿਓਂ ਕਿੱਥੋਂ ਤੱਕ ਖਾਏਗਾ? ਵੈਸੇ ਹੀ ਜਿਹੜੀ ਮਾਰਕੀਟ ਹੈ ਉਹ 100 ਸਾਲ ਪਿੱਛੇ ਚਲੀ ਗਈ। ਫਿਰ ਇਹਨਾਂ ਨੇ GST ਲਾਤਾ, ਫਿਰ ਹੁਣ ਇਹ ਕਰੋਨਾ ਕਰ ਰਹੇ ਆ।
ठीक है, मैं ये नहीं कहती कि कोरोना नहीं है लेकिन एक बंदा पूछे ਇਹਨਾਂ ਨੂੰ ਸਰਕਾਰ ਨੂੰ ਕਿ ਦੁਕਾਨਦਾਰ ਕਿੱਥੇ ਜਾਏਗਾ। ਜਿਹੜੇ ਸੈਲਰੀਜ਼ ਬੇਸਡ ਹੈ ਉਹਨਾਂ ਨੂੰ ਤਾਂ ਸੈਲਰੀਜ਼ ਮਿਲ ਰਹੀਆਂ, ਉਹਨਾਂ ਦੇ ਤਾਂ ਖਰਚੇ ਚੱਲ ਰਹੇ ਹਨ, ਲੇਕਿਨ ਜਿਹੜੇ ਦੁਕਾਨਦਾਰ ਹੈ ਹੁਣ ਅਸੀਂ ਆ, ਹੁਣ ਇਹ ਬਿਜਲੀ ਦਾ ਬਿੱਲ ਤਾਂ ਚੱਲਣਾ ਹੀ ਚੱਲਣਾ ਨਾ। ਐਸ ਸੂਨ ਐਸ ਤੁਸੀਂ ਸ਼ਟਰ ਔਨ ਕਰ ਦੋਗੇ, ਤੁਹਾਡੀ ਜਿਹੜੀ ਟੈਕਸ ਹੈ ਜਾਂ ਤੁਹਾਡੇ ਬਿਜਲੀ ਦੇ ਬਿੱਲ ਹੈ ਉਹ ਚੱਲਣੇ ਸ਼ੁਰੂ ਕਰ ਦੇਣਗੇ। ਸਰਕਾਰ ਨੂੰ ਇਸ ਚੀਜ਼ ਦੀ ਕੋਈ ਟੈਨਸ਼ਨ ਹੈ ਨਹੀਂ ਹੈ। ਸਰਕਾਰ ਲੋਕਾਂ ਨੂੰ ਕਹਿੰਦੀ ਪਈ ਹੈ ਕਿ ਤੁਸੀਂ ਅੰਦਰ ਰਹੋ, ਅੰਦਰ ਰਹੋ। ਆਪ ਤਾਂ ਉਹ ਨਿਕਲਦੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਤਾਂ ਕਰੋਨਾ ਦੀ ਆਮਦਨ ਘਰੋਂ ਹੀ ਆਉਂਦੀ ਪਈ ਹੈ। ਤੇ ਜਿਹੜੇ ਦੁਕਾਨਦਾਰ ਨੇ ਜਾਂ ਤੁਸੀਂ ਇਹ ਰੇਹੜੀ ਵਾਲੇ ਹੀ ਲੈ ਲਓ, ਇਹਨਾਂ ਦਾ ਕੰਮ ਹੀ 5 ਵਜੇ ਚੱਲਦਾ ਸੀਗਾ, ਤੇ ਇਹ ਹੁਣ ਵਿਚਾਰੇ ਕਿੱਥੇ ਜਾਣਗੇ। ਇਹਨਾਂ ਦੇ ਬੱਚੇ ਤਾਂ ਭੁੱਖੇ ਮਰ ਗਏ ਨਾ। ਸਰਕਾਰ ਦੇ ਵੱਲੋਂ ਤਾਂ ਕੋਈ ਫੈਸਿਲਿਟੀ ਹੈ ਹੀ ਨਹੀਂ ਹੈ। ਜਾਂ ਤਾਂ ਸਰਕਾਰ ਕੋਈ ਟੈਕਸ ਮਾਫ ਕਰੇ, ਤੁਸੀਂ ਬਿਜਲੀ ਦੇ ਬਿੱਲ ਦੁਕਾਨਦਾਰਾਂ ਦੇ ਮਾਫ ਕਰੋ, ਫਿਰ ਵੀ ਜਿਹੜਾ ਛੋਟਾ ਦੁਕਾਨਦਾਰ ਆ ਉਹਨੂੰ ਰਾਹਤ ਮਿਲੇਗੀ। ਲੇਕਿਨ ਉਹ ਵਿਚਾਰਾ ਕਿੱਥੇ ਜਾਏਗਾ, ਉਹਦੀ ਕੋਈ ਸੁਣਵਾਈ ਨਹੀਂ ਹੈ। ਉਹਦੇ ਤਾਂ ਬੱਚੇ ਭੁੱਖੇ ਮਰਨਗੇ ਨਾ। ਹੁਣ ਜਿਹਦੇ ਘਰ ਅੱਗ ਲੱਗੇਗੀ ਉਹ ਤਾਂ ਬਾਹਰ ਹੀ ਜਾਊਗਾ, ਠੀਕ ਹੈ ਨਾ। ਅਸੀਂ ਤੁਸੀਂ ਕਿਸੇ ਨੂੰ ਨਹੀਂ, ਕੋਈ ਨਹੀਂ ਕਿਸੇ ਦੀ ਹੈਲਪ ਕਰਦਾ। ਔਰ ਇਹ ਪੈਂਡੇਮਿਕ ਇੱਦਾਂ ਦੀ ਹੈਗੀ ਹੈ ਕਿ ਕਿਸੇ ਨੂੰ ਕਰੋਨਾ ਹੋ ਵੀ ਗਿਆ ਨਾ ਤੇ ਉਹਦੇ ਘਰ ਤਾਂ ਕੋਈ ਜਾਏਗਾ ਹੀ ਨਹੀਂ। ਮਗਰ ਸਰਕਾਰ ਵੱਲੋਂ ਤਾਂ ਕਿਸੇ ਨੂੰ ਵੀ ਕੋਈ ਵੀ ਫੈਸਿਲਿਟੀ ਨਹੀਂ ਹੈ। ਤੇ ਫਿਰ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਉੱਤੇ ਬੰਬ ਸੁੱਟਦੀ ਆ ਵੀ ਤੁਸੀਂ ਨਹੀਂ ਜਾਣਾ, ਤੁਸੀਂ ਨਹੀਂ ਜਾਣਾ। ਠੀਕ ਹੈ, ਨਹੀਂ ਜਾਣਾ, ਮਗਰ ਅਸੀਂ ਕਰੀਏ ਕੀ। ਹੁਣ ਮੇਰੇ 2 ਬੱਚੇ ਘਰ ਬੈਠੇ ਹੈ, ਮੈਂ ਵੀ ਤਾਂ ਛੱਡ ਕੇ ਆਈ ਹਾਂ ਨਾ। ਹੁਣ ਮੇਰੇ ਬੱਚਿਆਂ ਨੂੰ ਕੌਣ ਦੇਖੇਗਾ? ਨੋ ਵਨ। ਅਗਰ ਮੈਂ ਉਹਨਾਂ ਨੂੰ ਦੇਖਾਂਗੀ ਤਾਂ ਮੈਂ ਇੱਥੇ ਕਮਾਵਾਂਗੀ ਕੀ। ਹੁਣ ਜਦ ਤੁਸੀਂ ਲੋਕਡਾਊਨ ਹੀ ਕਰ ਦਿੱਤਾ, ਬਾਜ਼ਾਰ ਬੰਦ ਹੋ ਗਏ, ਜਦ ਬਾਜ਼ਾਰ ਹੀ ਨਹੀਂ ਹੈ, ਇੱਕ ਦੁਕਾਨਦਾਰ ਰਾਤੀ 8 ਵਜੇ ਦੁਕਾਨ ਬੰਦ ਕਰਦਾ, ਫਿਰ ਉਹ ਸੋਚਦਾ, ਜਦੋਂ ਉਹਨੂੰ ਕੋਈ ਇਨਕਮ ਹੁੰਦੀ ਹੈ ਫਿਰ ਉਹ ਸੋਚਦਾ ਹੈ ਕਿ ਹਾਂ ਭਾਈ ਹੁਣ ਅੱਜ ਮੈਂ ਆਪਣੇ ਬੱਚਿਆਂ ਵਾਸਤੇ ਇਹ ਲੈ ਜਾਵਾਂ ਜਾਂ ਉਹ ਲੈ ਜਾਵਾਂ। ਜਦ ਉਸ ਵਿਚਾਰੇ ਦੀ ਇਨਕਮ ਹੀ ਨਹੀਂ ਹੈ ਤੇ ਉਹ ਕੀ ਲੈ ਕੇ ਜਾਏਗਾ। ਇਹ ਪੂਰਾ ਸਰਕਲ ਹੁੰਦਾ। ਜੇ ਸਾਡਾ ਕੰਮ ਨਹੀਂ ਹੈ ਤੇ ਕਿਸੇ ਦਾ ਵੀ ਕੰਮ ਨਹੀਂ ਹੈ, ਠੀਕ ਹੈ ਨਾ। ਅਸੀਂ ਵੀ ਤਾਂ ਹੀ ਸੇਲ ਕਰਾਂਗੇ ਨਾ ਜਦ ਕਸਟਮਰ ਆਣਗੇ। ਕਸਟਮਰ ਕਦੋਂ ਆਏਗਾ? ਜਦ ਉਹਦੇ ਕੋਲ ਪੈਸੇ ਹੋਣਗੇ। ਜਦ ਉਹਦੇ ਕੋਲ ਵੀ ਪੈਸੇ ਨਹੀਂ ਹੋਣਗੇ ਤੇ ਉਹ ਸਾਨੂੰ ਕਿੱਥੋਂ ਦੇਵੇਗਾ? ਜੇ ਸਾਡੇ ਕੋਲ ਨਹੀਂ ਹੋਣਗੇ ਤੇ ਅਸੀਂ ਲੇਬਰ ਨੂੰ ਕਿੱਥੇ ਦੇਵਾਂਗੇ? ਇਹ ਸਰਕਾਰ ਤਾਂ ਸੋਚਦੀ ਨਹੀਂ ਨਾ। ਹੁਣ ਜਿਹੜੇ ਸੈਲਰੀ ਬੇਸਡ ਆ ਉਹਨਾਂ ਨੂੰ ਤਾਂ ਸੈਲਰੀ ਮਿਲ ਰਹੀ ਹੈ, ਉਹ ਤਾਂ ਆਪਣੇ ਘਰ ਆਪਣੀ ਮਤਲਬ ਨੋ ਡਾਊਟ ਕਿ ਉਹ ਮਿਹਨਤ ਨਹੀਂ ਕਰਦੇ, ਉਹ ਮਿਹਨਤ ਕਰਕੇ ਆਪਣੇ ਘਰ ਜਾਂਦੇ ਆ। ਉਹਨਾਂ ਨੂੰ ਫਾਈਨੈਂਸ਼ੀਅਲੀ ਕੰਡੀਸ਼ਨ ਜਿਹੜੀ ਪ੍ਰੋਬਲਮਸ ਹੈ ਉਹ ਨਹੀਂ ਹੈ। ਲੇਕਿਨ ਜਿਹੜੇ ਬਿਜ਼ਨਸ ਕਲਾਸ ਹੈ ਉਹ ਕਿੱਥੇ ਜਾਣਗੇ? ਸਰਕਾਰ ਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਹੈ। ਸਰਕਾਰ ਤਾਂ ਇੱਕ ਨੋਟਿਸ ਜਾਰੀ ਕਰ ਦਿੰਦੀ ਆ, ਅੱਜ ਲੋਕਡਾਊਨ ਹੈ ਜੀ, ਅੱਜ ਇੱਦਾਂ, ਅੱਜ 5 ਵਜੇ ਬੰਦ ਕਰ ਦਿਓ, ਅੱਜ 6 ਵਜੇ ਬੰਦ ਕਰ ਦਿਓ। ਮਤਲਬ ਕਦੀ ਸਰਕਾਰ ਨੂੰ ਕਰੋਨਾ ਫੋਨ ਕਰ ਦਿੰਦਾ ਜੀ ਮੈਂ 5 ਵਜੇ ਆਵਾਂਗਾ, ਕਦੀ ਫੋਨ ਕਰਦਾ ਜੀ ਮੈਂ 8 ਵਜੇ ਆਵਾਂਗਾ। ਮਤਲਬ ਟੋਟਲੀ ਨੌਨਸੈਂਸ ਹੈ। ਜਦ ਤੁਹਾਨੂੰ ਪਤਾ ਸੀਗਾ ਕਿ ਇਹ ਹੋਣੀ ਹੈ। ਮੈਂ ਫੇਸਬੁੱਕ 'ਤੇ ਇਹ ਰੀਡ ਕੀਤਾ ਕਿ ਜਿਹੜੇ ਸਾਡੇ ਸਾਇੰਟਿਸਟਸ ਹੈ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਪਹਿਲੇ ਹੀ ਆਗਾਜ਼ ਕਰ ਦਿੱਤਾ ਸੀਗਾ ਕਿ ਇਹ ਪੈਂਡੇਮਿਕ ਇੱਦਾਂ ਦੀ ਆਣੀ ਹੈਗੀ ਹੈ। ਲੇਕਿਨ ਇਹਨਾਂ ਨੂੰ ਤਾਂ ਆਪਣੀ ਰੈਲੀਆਂ ਚਲਾਉਣੀਆਂ ਸੀਗੀਆਂ, ਠੀਕ ਹੈ ਨਾ। ਇਹਨਾਂ ਨੂੰ ਲੋਕਾਂ ਦੀ ਪਰਵਾਹ ਥੋੜ੍ਹੀ ਹੈ। ਹੁਣ ਦਿੱਲੀ ਦੇ ਵਿੱਚ ਲੱਖਾਂ ਬੰਦਾ ਮਰਦਾ ਪਿਆ, ਕੋਈ ਟੈਨਸ਼ਨ ਹੈਗੀ ਹੈ? ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਹੈ। ਮੋਦੀ ਜੀ ਆਪਣੇ ਘਰ ਬੈਠੇ ਹੈ, ਕੇਜਰੀਵਾਲ ਜੀ ਆਪਣੇ ਘਰ ਬੈਠੇ ਹੈ। ਮਰਦਾ ਕੌਣ ਪਿਆ? ਜਨਤਾ ਹੀ ਮਰਦੀ ਪਈ ਹੈ ਨਾ। ਹੁਣ ਇੱਥੇ ਜਿਹੜੀ ਹੈ ਚਲੋ ਠੀਕ ਹੈ, ਬਾਏ ਦਾ ਗੋਡ ਗ੍ਰੇਸ ਇੰਨੀ ਪੋਜੀਸ਼ਨ ਖਰਾਬ ਨਹੀਂ ਹੈ, ਲੇਕਿਨ ਫਿਰ ਵੀ ਦੁਕਾਨਦਾਰ ਤਾਂ ਮਰਦਾ ਹੀ ਪਿਆ ਨਾ। ਜੇ ਕੋਈ ਦੁਕਾਨਦਾਰ ਖੋਲ ਦੇਗਾ ਤਾਂ ਪੁਲਿਸ ਆ ਜਾਏਗੀ। ਵਿਚਾਰੇ ਨੇ 10,000 ਕਮਾਇਆ ਨਹੀਂ ਹੋਣਾ ਤਾਂ 20,000 ਦਾ ਇਹਦਾ ਚਲਾਨ ਪਾ ਦੇਣਗੇ, ਉਹ ਕਿੱਥੇ ਜਾਏਗਾ? ਹੁਣ ਇਹ ਕੱਪੜੇ ਵਾਲੇ ਜਿਹੜੇ ਸ਼ੋਰੂਮਸ ਵਾਲੇ ਹੈ ਇੰਨੇ ਹੈਗੇ ਹੈ, ਇਹਨਾਂ ਦੀ ਕਿੰਨੀ ਲੇਬਰ ਹੈ, ਕਿੰਨੇ ਬਿਜਲੀ ਦੇ ਬਿੱਲ ਹੈ, ਇਹ ਕੌਣ ਦੇਗਾ? ਸਰਕਾਰ ਦੇਗੀ? ਸਰਕਾਰ ਤਾਂ ਬਿਲਕੁਲ ਵੀ ਨਹੀਂ ਦੇਗੀ। ਸਰਕਾਰ ਨੇ ਤਾਂ ਪਿਛਲੇ ਸਾਲ ਵੀ ਨਹੀਂ ਛੱਡੇ। ਫਿਰ ਇਹ ਸਰਕਾਰ ਲੋਕਾਂ ਨੂੰ ਕਹਿੰਦੀ ਹੈ ਕਿ ਤੁਸੀਂ ਮਕਾਨ ਮਾਲਕ ਜਿਹੜੇ ਨੇ ਉਹ ਕਿਰਾਏਦਾਰ ਤੋਂ ਕਿਰਾਇਆ ਨਹੀਂ ਲੈਣਗੇ। ਉਹ ਕਿਉਂ ਨਹੀਂ ਲੈਣਗੇ? ਕਈਆਂ ਦੀ ਤਾਂ ਇਨਕਮ ਹੀ ਜਿਹੜੀ ਹੈ ਉਹ ਕਿਰਾਏ 'ਤੇ ਚੱਲਦੀ ਹੈ। ਤੁਸੀਂ ਆਪਣਾ ਤੇ ਕੋਈ ਟੈਕਸ ਨਹੀਂ ਛੱਡਦੇ ਪਏ, ਕੋਈ ਬਿਜਲੀ ਦੇ ਬਿੱਲ ਮਾਫ ਨਹੀਂ ਕਰਦੇ ਪਏ, ਤਾਂ ਲੋਕਾਂ ਨੂੰ ਤੁਸੀਂ ਕਹਿੰਦੇ ਪਏ ਹੋ ਕਿ ਤੁਸੀਂ ਕਿਰਾਏ ਮਾਫ ਕਰ ਦਿਓ। ਟੋਟਲੀ ਨੌਨਸੈਂਸ ਸਰਕਾਰ ਹੈਗੀ ਹੈ। ਇਹਨਾਂ ਦੇ ਪੱਲੇ ਨਾ ਆਪ ਹੈਗਾ ਕੁਝ, ਨਾ ਦਿਮਾਗ ਹੈਗਾ, ਤੇ ਨਾ ਇਹਨਾਂ ਨੇ ਆਪਣਾ ਦਿਮਾਗ ਲਗਾਉਣਾ। ਪਤਾ ਨਹੀਂ ਕਿਹੜੇ ਇਹਨਾਂ ਦੇ ਸਲਾਹਕਾਰ ਨੇ ਜਿਹਨਾਂ ਨੂੰ ਸਲਾਹ ਦਿੰਦੇ ਆ। ਅਮਰਿੰਦਰ ਸਰਕਾਰ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਹੋਰ ਕੁਝ ਨਹੀਂ ਤਾਂ ਸਕੂਲਾਂ ਦੇ ਐਨੂਅਲ ਚਾਰजेस ਹੀ ਮਾਫ ਕਰਵਾ ਦੇਣ। ਸਕੂਲ ਹੁਣ ਮੇਰੇ ਬੱਚੇ ਸਕੂਲ ਪੜ੍ਹਦੇ ਆ, ਉਹ ਕਹਿੰਦੇ ਨਹੀਂ ਅਸੀਂ ਫੀਸ ਤਾਂ ਲੈਣੀ ਹੀ ਲੈਣੀ ਹੈ, ਨਾਲੇ ਐਨੂਅਲ ਚਾਰजेस ਵੀ ਲੈਣੇ ਆ, ਠੀਕ ਹੈ ਨਾ। ਮੇਰੀ ਤਾਂ ਉਹਨਾਂ ਨਾਲ ਬਹਿਸ ਹੀ ਬਹੁਤ ਹੋ ਰਹੀ ਹੈ ਕਿ ਕਾਹਦੇ ਐਨੂਅਲ ਚਾਰजेस ਮੈਂ ਤੁਹਾਨੂੰ ਦੇਵਾਂ ਜਦ ਮੇਰਾ ਬੱਚਾ ਤੁਹਾਡੇ ਸਕੂਲ ਹੀ ਨਹੀਂ ਆ ਰਿਹਾ, ਠੀਕ ਹੈ। ਤੁਹਾਡੀ ਕੋਈ
ਚੀਜ਼ ਨੂੰ ਯੂਜ਼ ਨਹੀਂ ਕਰਦਾ ਪਿਆ। ਠੀਕ ਹੈ, ਤੁਸੀਂ ਆਨਲਾਈਨ ਐਜੂਕੇਸ਼ਨ ਦੇ ਰਹੇ ਹੋ, ਦੈਟ ਇਜ਼ ਵੈਰੀ ਗੁੱਡ, ਉਹਦੀ ਮੈਂ ਫੀਸ ਦੇਵਾਂਗੀ, ਲੇਕਿਨ ਐਨੂਅਲ ਚਾਰजेस ਦੀ ਮੈਂ ਫੀਸ ਕਿਉਂ ਦੇਵਾਂਗੀ ਤੁਹਾਨੂੰ? ਠੀਕ ਹੈ ਨਾ, ਮੇਰਾ ਬੱਚਾ ਤਾਂ ਯੂਜ਼ ਹੀ ਨਹੀਂ ਕਰਦਾ ਪਿਆ। ਹੁਣ ਮੇਰਾ ਉਹਨਾਂ ਦਾ ਜਵਾਬ ਹੈ, ਪ੍ਰਿੰਸੀਪਲ ਦਾ ਜਵਾਬ ਇਹ ਹੈਗਾ ਕਿ ਸਾਨੂੰ ਬਿਲਡਿੰਗ ਇਨਫਰਾਸਟ੍ਰਕਚਰ ਲਈ ਸਾਨੂੰ ਪੈਸੇ ਚਾਹੀਦੇ ਆ। ਹੁਣ ਮੇਰਾ ਰੈਸਟੋਰੈਂਟ ਹੈ, ਮੈਂ ਇਹਨੂੰ ਰੈਨੋਵੇਟ ਕਰਦੀ ਹਾਂ। ਠੀਕ ਹੈ, ਕੋਈ ਕਸਟਮਰ ਮੇਰੇ ਕੋਲ ਖਾਣਾ ਖਾਣ ਆਉਂਦਾ ਹੈ ਤੇ ਮੈਂ ਖਾਣੇ ਦੇ ਪੈਸੇ ਲਵਾਂਗੀ ਨਾ ਉਹਦੇ ਤੋਂ। ਮੈਂ ਇਹ ਤਾਂ ਨਹੀਂ ਉਹਨੂੰ ਕਹੂੰਗੀ ਜੀ ਮੈਂ ਆਪਣਾ ਰੈਸਟੋਰੈਂਟ ਰੈਨੋਵੇਟ ਕਰਾ ਰਿਹਾ, ਤੁਸੀਂ ਮੈਨੂੰ ਪੈਸੇ ਜ਼ਿਆਦਾ ਪੇ ਕਰਕੇ ਜਾਓ। ਠੀਕ ਹੈ ਨਾ, ਇਹ ਮਤਲਬ ਲੋਕੀ ਮੰਨਦੇ ਹੀ ਨਹੀਂ ਹੈ, ਸਕੂਲ ਵਾਲੇ ਮੰਨਦੇ ਹੀ ਨਹੀਂ ਹੈ ਕਿ ਨਹੀਂ ਜੀ ਸਾਨੂੰ ਤਾਂ ਚਾਹੀਦਾ, ਇਹਨਾਂ ਨੂੰ ਕਾਹਦਾ ਚਾਹੀਦਾ? ਐਨੂਅਲ ਚਾਰजेस ਇਹ 8-10 ਕਰੋੜ ਰੁਪਇਆ ਇਕੱਠਾ ਕਰ ਲੈਂਦੇ ਆ, ਆਪਣੀ ਜੇਬ 'ਚ ਜਾਂਦਾ ਨਾ, ਔਰ ਇਹਨਾਂ ਦਾ ਤਾਂ ਵਾਈਟ ਮਨੀ ਹੈ, ਇਹਨਾਂ ਨੂੰ ਤਾਂ ਕੋਈ ਕੁਛ ਨਹੀਂ ਕਹੇਗਾ। ਮਤਲਬ ਜਿੱਥੇ ਸਰਕਾਰ ਨੂੰ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਉੱਥੇ ਤਾਂ ਸਰਕਾਰ ਪਾਬੰਦੀਆਂ ਲਗਾਉਂਦੀ ਨਹੀਂ ਹੈ, ਔਰ ਜਿੱਥੇ ਨਹੀਂ ਲਗਾਉਣੀਆਂ ਚਾਹੀਦੀਆਂ ਉੱਥੇ ਲਗਾਉਣਾ। ਮਤਲਬ ਆਮ ਜਨਤਾ ਦਾ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਹੈ। ਮਰਦੋ, ਸਰਕਾਰ ਤਾਂ ਇਹ ਕਹਿੰਦੀ ਹੈ ਕਿ ਕੱਲ੍ਹ ਦੇ ਮਰਦੇ ਤੁਸੀਂ ਅੱਜ ਮਰੋ, ਸਾਡੀ ਜਾਨ ਛੁਡਾਓ। ਠੀਕ ਹੈ ਨਾ, ਹੁਣ ਕੋਈ ਵੀ ਮਿਨਿਸਟਰ ਹੈ ਜਾਂ ਕੋਈ ਵੀ ਬਿਊਰੋਕਰੈਟਸ ਹੈ, ਇਹਨਾਂ ਨੂੰ ਤਾਂ ਸਭ ਨੂੰ ਸੈਲਰੀਜ਼ ਮਿਲਦੀਆਂ ਪਈਆਂ। ਠੀਕ ਹੈ ਨਾ, ਜਿਹੜੇ ਅੱਛੇ ਪੋਜੀਸ਼ਨਸ 'ਚ EMPLOYEES ਹੈ ਉਹਨਾਂ ਨੂੰ ਵੀ ਮਲਟੀਨੈਸ਼ਨਲ ਕੰਪਨੀਜ਼ 'ਚ ਉਹਨਾਂ ਨੂੰ ਵੀ ਸੈਲਰੀਜ਼ ਮਿਲਦੀਆਂ ਪਈਆਂ। ਲੇਕਿਨ ਇਹ ਦੇਖੋ ਕਿ ਦੁਕਾਨਦਾਰ ਕਿੱਥੇ ਜਾਏਗਾ, ਵਪਾਰੀ ਕਿੱਥੇ ਜਾਏਗਾ? ਉਹਨਾਂ ਦੇ ਬੱਚੇ ਨਹੀਂ ਹੈ, ਉਹਨਾਂ ਦੀਆਂ ਫੈਮਲੀਜ਼ ਨਹੀਂ ਹੈ, ਵਿਚਾਰਾ ਪਰੇਸ਼ਾਨ ਹੋ ਕੇ ਕੀ ਕਰੇਗਾ? ਸੁਸਾਈਡ ਹੀ ਕਰੇਗਾ, ਹੋਰ ਕੀ ਕਰੇਗਾ? ਉਹਨਾਂ ਦੇ ਬੱਚੇ ਕਿੱਥੇ ਜਾਣਗੇ? ਕਿਸੇ ਨੂੰ ਕੋਈ ਟੈਨਸ਼ਨ ਨਹੀਂ। ਸਰਕਾਰਾਂ ਨੂੰ ਆਪਣਾ ਪਿਆ ਕਿ ਵੀ ਅਸੀਂ ਇਹ ਅੱਜ ਇਹ ਹੁਕਮ ਜਾਰੀ ਕਰ ਦਿੱਤਾ, ਅੱਜ ਇਹ ਹੁਕਮ ਜਾਰੀ ਕਰ ਦਿੱਤਾ। ਕੋਈ ਇਹਨਾਂ ਦੀ ਗੱਲ ਦਾ ਕੋਈ ਸਿਰ ਪੈਰ ਹੁੰਦਾ ਹੀ ਨਹੀਂ ਹੈ। 2-2 ਘੰਟੇ ਬਾਅਦ ਤਾਂ ਇਹਨਾਂ ਦੀਆਂ ਗਾਈਡਲਾਈਨਸ ਜਾਰੀਆਂ ਹੋ ਜਾਂਦੀਆਂ, ਅੱਜ ਇਹ ਗਾਈਡਲਾਈਨਸ ਜਾਰੀਆਂ, ਅੱਜ ਇਹ ਗਾਈਡਲਾਈਨਸ ਜਾਰੀਆਂ। ਜਦ ਤੁਹਾਨੂੰ ਤਾਂ ਪਤਾ ਹੀ ਸੀਗਾ ਕਿ ਇਹ ਪੈਂਡੇਮਿਕ ਆਉਣੀ ਹੈ ਤਾਂ ਤੁਸੀਂ ਪਹਿਲੇ ਹੀ ਕੁਝ ਕਰਦੇ। ਜਦ ਇੱਥੇ ਪੰਜਾਬ 'ਚ ਇਲੈਕਸ਼ਨਸ ਹੋਣੇ ਸੀਗੇ, ਤੁਹਾਨੂੰ ਵੀ ਪਤਾ ਕਿ ਕੋਈ ਮਾਸਕ ਨਹੀਂ ਲਗਾਉਂਦਾ ਸੀ, ਪੁਲਿਸ ਵਾਲੇ ਵੀ ਜਿਹੜੇ ਹੈ ਉਹ ਵੀ ਮਾਸਕ ਨਹੀਂ ਲਗਾਉਂਦੇ ਸੀ, ਕੋਈ ਨਹੀਂ ਫੜਦਾ ਸੀਗਾ। ਐਜ਼ ਸੂਨ ਐਜ਼ ਦ ਇਲੈਕਸ਼ਨ ਸਟਾਪਡ, ਕਰੋਨਾ ਸਟਾਰਟਡ। ਠੀਕ ਹੈ ਨਾ, ਇਹੀ ਹੈ। ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਬੰਗਾਲ 'ਚ ਵੀ ਇਹ ਹੋਇਆ। ਜਦੋਂ ਇਹ ਮੋਦੀ ਸਾਹਿਬ ਇਲੈਕਸ਼ਨ ਹਾਰ ਗਏ, ਇਹਨਾਂ ਨੇ ਆਪਣੀ ਫਰਸਟ੍ਰੇਸ਼ਨ ਲੋਕਾਂ 'ਤੇ ਕੱਢ ਦਿੱਤੀ, ਚਲੋ ਜੀ ਕਰੋ ਲਾਕਡਾਊਨ। ਇਹ ਨਹੀਂ ਹੈ ਕਿ ਇਹ ਬਿਮਾਰੀ ਨਹੀਂ ਹੈ, ਬਿਮਾਰੀ ਹੈਗੀ ਹੈ, ਲੇਕਿਨ ਇਸ ਤਰ੍ਹਾਂ ਕਿਸੇ ਲੋਕਾਂ ਨੂੰ ਪਰੇਸ਼ਾਨ ਕਰਨਾ ਤਾਂ ਕੋਈ ਉਹ ਨਹੀਂ ਨਾ। ਹੁਣ ਕੈਨੇਡਾ ਵਿੱਚ ਚਲੇ ਜਾਓ, ਕਿਸੇ ਵੀ ਕੰਟਰੀ 'ਚ ਚਲੇ ਜਾਓ, ਉਹਨਾਂ ਦੀ ਗਵਰਨਮੈਂਟ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਿੰਦੀ ਹੈ, ਤਾਂ ਹੀ ਤਾਂ ਲੋਕੀ ਅੰਦਰ ਹੈ। ਹੁਣ ਇੱਥੇ ਤਾਂ ਸਰਕਾਰ ਨੇ ਦੇਣਾ ਹੀ ਕੁਛ ਨਹੀਂ ਹੈ। ਠੀਕ ਹੈ ਨਾ, ਜਦ ਦੇਣਾ ਹੀ ਕੁਛ ਨਹੀਂ ਹੈ ਤਾਂ ਲੋਕੀ ਕਿੱਥੋਂ ਖਾਣਗੇ? ਕੋਈ ਵੀ ਰਿਸ਼ਤੇਦਾਰ ਅੱਜ ਕੱਲ੍ਹ ਇੰਨਾ ਸੌਖਾ ਨਹੀਂ ਹੁੰਦਾ ਕਿ ਆਪਣੇ ਰਿਸ਼ਤੇਦਾਰਾਂ ਨੂੰ ਹੈਲਪ ਕਰ ਸਕੇ। ਹਰ ਕੋਈ ਆਪਣੇ ਲਈ ਹੀ ਕਮਾਉਂਦਾ, ਜਿੰਨਾ ਵੀ ਉਹ ਕਮਾਉਂਦਾ ਉਹਦੇ ਉਨੇ ਹੀ ਖਰਚੇ ਹੁੰਦੇ। ਠੀਕ ਹੈ ਨਾ, ਤੁਸੀਂ ਕਿੰਨੀ ਕੁ ਹੈਲਪ ਕਿਸੇ ਰਿਸ਼ਤੇਦਾਰ ਤੋਂ ਲੈ ਲਓਗੇ? ਜੇ ਸਰਕਾਰ ਨੇ ਤਾਂ ਹੈਲਪ ਕਰਨੀ ਹੀ ਨਹੀਂ ਹੈ ਤੇ ਫਿਰ ਲੋਕੀ ਤਾਂ ਕਿੱਥੇ ਤਾਂ ਜਾਣਗੇ ਹੀ ਨਾ। ਹੁਣ ਜਿੱਦਾਂ ਅਸੀਂ ਆ ਕਿ ਸਾਨੂੰ ਡਰ ਨਹੀਂ ਹੈ ਕਿ ਸਾਨੂੰ ਕਰੋਨਾ ਹੋ ਜਾਏਗਾ, ਹਰੇਕ ਨੂੰ ਡਰ ਹੁੰਦਾ, ਲੇਕਿਨ ਹੁਣ ਅਸੀਂ ਕਰ ਕੀ ਸਕਦੇ ਹਾਂ? ਜੇ ਕਮਾਵਾਂਗੇ ਨਹੀਂ ਤੇ ਖਾਵਾਂਗੇ ਕਿੱਥੋਂ? ਤੇ ਜੇ ਸਰਕਾਰ ਇਹ ਨਹੀਂ ਸੋਚਦੀ ਜਦ ਦੁਕਾਨਦਾਰ ਕਮਾਏਗਾ ਹੀ ਨਹੀਂ ਤਾਂ ਤੁਹਾਨੂੰ ਬਿਜਲੀ ਦਾ ਬਿੱਲ ਕਿੱਥੋਂ ਦੇਗਾ, ਤੁਹਾਨੂੰ ਟੈਕਸ ਕਿੱਥੋਂ ਦੇਗਾ, ਤੁਹਾਨੂੰ EMI ਕਿੱਥੋਂ ਦੇਗਾ? ਚੋਰੀ ਤਾਂ ਨਹੀਂ ਕਰੂਗਾ ਨਾ। ਜੇ ਚੋਰੀ ਕਰ ਲੇਗਾ ਤਾਂ ਤੁਸੀਂ ਫਿਰ ਉਹਨੂੰ ਫੜ ਲਓਗੇ ਵੀ ਅੰਦਰ ਡਕੈਤੀ ਪਾਤੀ ਬੈਂਕ ਦੇ ਵਿੱਚ। ਮਤਲਬ ਸਰਕਾਰ ਨੂੰ ਆਮ ਜਨਤਾ ਲਈ ਵੀ ਸੋਚਣਾ ਚਾਹੀਦਾ ਹੈ, ਵਪਾਰੀਆਂ ਲਈ ਵੀ ਸੋਚਣਾ ਚਾਹੀਦਾ ਕਿ ਉਹ ਕਿੱਥੇ ਜਾਣਗੇ, ਕੀ ਕਰਨਗੇ ਉਹ। ਠੀਕ ਹੈ ਜੀ, ਤੁਸੀਂ ਐਗਰੀ ਕਰਦੇ ਹੋ ਮੇਰੇ ਨਾਲ ਕਿ ਨਹੀਂ ਐਗਰੀ ਕਰਦੇ? ਇਹ ਮਤਲਬ ਮੈਂ ਮੀਡੀਆ ਦੇ ਥਰੂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਸਰਕਾਰ ਨੂੰ ਕਿ ਪਲੀਜ਼ ਅਸੀਂ ਤੁਹਾਡੇ ਨਾਲ ਹੈਗੇ ਹਾਂ। ਅਸੀਂ ਮੰਨਦੇ ਹਾਂ ਕਿ ਇਹ ਬਿਮਾਰੀ ਹੈ, ਸਾਨੂੰ ਪ੍ਰੀਕਾਸ਼ਨਸ ਲੈਣੇ ਚਾਹੀਦੇ ਹੈ, ਲੇਕਿਨ ਸਰਕਾਰ ਨੂੰ ਵੀ ਜਿਹੜੀ ਬਿਜ਼ਨਸ ਸੁਸਾਇਟੀ ਹੈਗੀ ਆ ਉਹਦੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਕਿ ਇਹਨਾਂ ਦਾ ਕੀ ਹੋਊਗਾ। ਤੁਸੀਂ ਸਰਕਾਰ ਥੋੜੀ ਵੀ ਸਾਨੂੰ ਉਹ ਦੇ ਦੇਵੇ ਕਿ ਚਲੋ ਜੀ ਤੁਸੀਂ ਬਿਜਲੀ ਦੇ ਬਿੱਲ ਨਹੀਂ ਦੇਣੇ, ਥੋੜੀ ਰਾਹਤ ਹੋ ਜਾਂਦੀ ਹੈ ਕਿ ਹਾਂ ਟੈਨਸ਼ਨ ਥੋੜਾ ਫ੍ਰੀ ਹੋ ਜਾਂਦਾ। ਹੁਣ ਬਿਜਲੀ ਦੇ ਬਿੱਲ ਤਾਂ ਆਣੇ ਹੀ ਆਣੇ ਹੈ ਨਾ, ਚਾਹੇ ਤਾਂ ਮੇਰੀ ਸੇਲ ਹੋ ਰਹੀ ਹੈ ਚਾਹੇ ਮੇਰੀ ਸੇਲ ਨਹੀਂ ਹੋ ਰਹੀ, ਸੈਲਰੀਜ਼ ਵੀ ਮੈਂ ਦੇਣੀਆਂ ਹੀ ਹੈ ਨਾ। ਸੈਲਰੀਜ਼ ਹੁਣ ਮੈਂ ਸੈਲਰੀਜ਼ ਜਿਹੜੀਆਂ ਤਾਂ ਹੀ ਦੇਵਾਂਗੀ ਜਦ ਮੇਰੇ ਕੋਲ ਕਸਟਮਰ ਆਏਗਾ। ਹੁਣ ਕਸਟਮਰ ਤਾਂ ਇੰਨਾ ਡਰਾਵਾ ਪਾ ਦਿੱਤਾ, ਹੁਣ ਉਹ ਦੇਖੋ ਉਹ ਤਾਂ ਖੋਲ੍ਹ ਕੇ ਬੈਠੇ ਹੋਏ ਹੈ ਔਰ ਉਹ ਨੌਨ ਐਸੈਂਸ਼ੀਅਲ ਆਈਟਮ ਫਿਰ ਵੀ ਉਹ ਖੋਲ੍ਹ ਕੇ ਬੈਠੇ, ਉਹਨਾਂ ਨੂੰ ਕੋਈ ਕੁਛ ਨਹੀਂ ਕਹਿ ਰਿਹਾ। ਸਾਨੂੰ ਕਹਿਣਗੇ ਤੁਸੀਂ 5 ਵਜੇ ਸ਼ਟਰ ਡਾਊਨ ਕਰ ਦਿਓ, ਜੇ 5 ਵਜੇ ਸ਼ਟਰ ਡਾਊਨ ਕਰ ਦਾਂਗੇ ਫਿਰ ਡਿਲੀਵਰੀ ਕਿੱਥੋਂ ਕਰਾਂਗੇ?
डिलीवरी वाला उड़ के थोड़ी चला जाएगा। शटर बंद करके डिलीवरी करो, मतलब शटर बंद कर देंगे तो करोना नहीं आएगा, शटर खोल देंगे तो करोना आ जाएगा। ठीक है ना। और वैसे भी इंडिया ਦੇ ਵਿੱਚ ਇੰਨੀਆਂ ਡੈਥਸ ਹੁੰਦੀਆਂ ਹੀ ਸੀਗੀਆਂ ਨੋਰਮਲ। ਮਤਲਬ ਸਾਇੰਟੀਫਿਕਲੀ ਇਹ ਕਿਹਾ ਜਾਂਦਾ ਹੈ ਕਿ 1 ਮਿੰਟ ਦੇ ਵਿੱਚ ਇੱਕ ਬੰਦਾ ਮਰਦਾ। ਹੁਣ ਜਿੰਨੇ ਵੀ ਬੰਦੇ ਮਰਦੇ ਆ ਉਹ ਸਾਰੇ ਕਰੋਨਾ ਨਾਲ ਹੀ ਮਰਦੇ ਆ, ਬਾਕੀ ਸਾਰੀ ਬਿਮਾਰੀਆਂ ਖਤਮ ਹੋ ਗਈਆਂ। ਮਤਲਬ ਸਰਕਾਰ ਦਾ ਕੋਈ ਵੀ ਗ੍ਰਾਫ ਕੁਝ ਹੈ ਹੀ ਨਹੀਂ ਹੈ। ਬਸ ਜੋ ਅਸੀਂ ਸੋਚ ਲਿਆ ਅਸੀਂ ਉਹੀ ਜਨਤਾ ਨੂੰ ਕਹਿ ਦੇਣਾ, ਜਨਤਾ ਅਮਲ ਕਰੇ। ਜਨਤਾ ਕਿੱਦਾਂ ਅਮਲ ਕਰ ਲੇਗੀ? ਕੁਛ ਤਾਂ ਕਰੋ ਨਾ ਤੁਸੀਂ। ਹੁਣ ਸਰਕਾਰ ਨੂੰ ਹੋਰ ਕੁਝ ਨਹੀਂ ਤਾਂ ਸਕੂਲ ਵਾਲਿਆਂ ਨੂੰ ਹੀ ਕਹਿ ਦੇਣ ਕਿ ਐਨੂਅਲ ਚਾਰजेस ਨਹੀਂ ਲੈਣੇ ਚਾਹੀਦੇ, ਉਹ ਵੀ ਨਹੀਂ ਕਹਿਣਾ। ਮੈਂ ਸਰਕਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ, ਲੇਕਿਨ ਤੁਸੀਂ ਪਲੀਜ਼ ਬਿਜ਼ਨਸ ਕਲਾਸ ਦੀ ਜਿਹੜੀ ਸੁਸਾਇਟੀ ਹੈ ਉਹਦੇ ਬਾਰੇ ਵੀ ਕੁਝ ਸੋਚੋ ਕਿ ਉਹਨਾਂ ਨੇ ਆਪਣੀ ਫੈਮਲੀਜ਼ ਨੂੰ ਕਿੱਦਾਂ ਅਪਬ੍ਰਿੰਗਿੰਗ ਦੇਣੀ ਹੈ, ਕਿਉਂਕਿ ਉਹਨਾਂ ਦੇ ਕੋਲ ਕੋਈ ਇਨਕਮ ਦਾ ਸੋਰਸ ਨਹੀਂ ਹੈ। ਹੁਣ ਕਈ ਇੱਦਾਂ ਦੇ ਦੁਕਾਨਦਾਰ ਵੀ ਹੈ ਜਿਹੜੇ ਕਿਰਾਇਆ ਵੀ ਦਿੰਦੇ ਹੈ, ਜਿਨ੍ਹਾਂ ਦੀ ਰੈਂਟ 'ਤੇ ਸ਼ਾਪਸ ਹੈ। ਉਹਨਾਂ ਨੇ ਕਿਰਾਇਆ ਕਿੱਦੋਂ ਕੱਢਣਾ? ਕਿਰਾਇਆ ਕੱਢਣਗੇ, ਬਿਜਲੀ ਦੇ ਬਿੱਲ ਦੇਣਗੇ, ਕਿ EMPLOYEES ਨੂੰ ਸੈਲਰੀ ਦੇਣਗੇ, ਐਟ ਦ ਲਾਸਟ ਉਹ ਜਾ ਕੇ ਆਪਣੀ ਫੈਮਿਲੀ ਨੂੰ ਦੇਣਗੇ। ਤਾਂ ਕੀ ਦੇਣਗੇ ਜਦ ਕਸਟਮਰ ਹੀ ਨਹੀਂ ਹੈ ਤਾਂ ਕਿੱਥੋਂ ਲੈ ਕੇ ਆਣਗੇ? ਤੇ ਪਲੀਜ਼ ਇਹੀ ਹੈ ਗੁਜ਼ਾਰਿਸ਼ ਹੈ ਸਰਕਾਰ ਤੋਂ ਕਿ ਬਿਜ਼ਨਸ ਕਲਾਸ ਦੇ ਬਾਰੇ ਜ਼ਰੂਰ ਸੋਚੋ। ਇਹਨਾਂ ਦੇ ਕੁਝ ਟੈਕਸ ਵਗੈਰਾ ਜਾਂ ਬਿਜਲੀ ਦੇ ਬਿੱਲ ਹੀ ਮਾਫ ਕਰ ਦਿਓ, ਹੋਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਮਗਰ ਇਹ ਹੈ ਕਿ ਇਹ ਬਿਮਾਰੀ ਹੈਗੀ ਜ਼ਰੂਰ ਹੈ, ਇਹ ਨਹੀਂ ਅਸੀਂ ਕਹਿੰਦੇ ਕਿ ਇਹ ਮਤਲਬ ਅਫਵਾਹ ਹੈਗੀ ਹੈ। ਬਿਮਾਰੀ ਜ਼ਰੂਰ ਹੈ। ਹਰ ਇੱਕ ਬੰਦੇ ਨੂੰ ਜਿੱਦਾਂ ਵੀ ਸਰਕਾਰ ਨੇ ਸਮਝਾਇਆ ਹੋਇਆ ਕਿ ਸੈਨੀਟਾਈਜ਼ ਕਰੋ, ਮਾਸਕ ਲਗਾਓ, ਇਹ ਸਭ ਸਾਰਿਆਂ ਨੂੰ ਕਰਨਾ ਚਾਹੀਦਾ। ਦ ਸਟਾਰ ਨਿਊਜ਼ ਦੇ ਲਈ ਸ਼ਵੇਤਾ ਰਾਣਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।